ਹਾਲੇਲੂਇਆ। ਥੈਂਕ ਯੂ ਲਾਰਡ ਜੀਸਸ ਪ੍ਰਭੂ। ਜ਼ਮੀਨ ਅਸਮਾਨ ਦੇ ਮਾਲਕ ਤੇ ਖਾਲਕ, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਤੁਸੀਂ ਬਹੁਤ ਹੀ ਪਿਆਰ ਨਾਲ ਭਰੇ ਪਰਮੇਸ਼ਵਰ ਤੇ ਤਰਸ ਨਾਲ ਭਰੇ ਪਰਮੇਸ਼ਰ ਪ੍ਰਭੂ ਜੀ, ਅੱਜ ਦੇ ਅੱਛੇ ਤੇ ਪਵਿੱਤਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਯਿਸੂ ਨਾਸਰੀ ਜੋ ਤੁਸੀਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਲੈ ਕੇ ਆਂਦਾ ਪ੍ਰਭੂ ਜੀ, ਸ਼ੁਕਰਗੁਜ਼ਾਰ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਤੁਹਾਡੇ ਨਾਮ ਨੂੰ ਇੱਜ਼ਤ ਔਰ ਤੁਹਾਡੇ ਨਾਮ ਨੂੰ ਜਲਾਲ ਦਿੰਦੇ ਪ੍ਰਭੂ ਯਿਸੂ। ਹਾਲੇਲੂਇਆ। ਜੋ ਤੁਹਾਡੇ ਵਚਨ ਦੇ ਵਿੱਚ ਅਸੀਂ ਸਾਰੇ ਮਿਲ ਕੇ ਸਿੱਖਣ ਲਈ ਜਾ ਰਹੇ ਪਿਤਾ ਪਰਮੇਸ਼ਰ, ਆਪਣੇ ਪੁੱਤਰ ਆਤਮਾ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰਨਾ ਪਿਤਾ ਪਰਮੇਸ਼ਰ, ਤਾਂ ਕਿ ਅਸੀਂ ਪ੍ਰਭੂ ਰੂਹ ਔਰ ਸੱਚਾਈ ਦੇ ਨਾਲ ਪਿਤਾ ਪਰਮੇਸ਼ਰ ਤੁਹਾਡੇ ਨਾਮ ਦੀ ਜੈ ਜੈਕਾਰ ਕਰ ਸਕੋ। ਤੁਹਾਡਾ ਵਚਨ ਜਿਹੜਾ ਆ, ਤੁਹਾਡੇ ਵਚਨ ਦੇ ਵਿੱਚੋਂ ਸਿੱਖ ਸਕੀਏ ਮੇਰੇ ਪਿਤਾ ਪਰਮੇਸ਼ਰ। ਜਿੰਨੇ ਵੀ ਭੈਣ ਭਾਈ ਇਸ ਵੀਡੀਓ ਨੂੰ ਦੇਖਣ ਔਰ ਪਿਤਾ ਪਰਮੇਸ਼ਰ ਯਿਸੂ ਜੀ ਵਚਨ ਸੁਣਨ ਪ੍ਰਭੂ ਜੀ, ਜ਼ਿੰਦਗੀਆਂ ਬਦਲ ਜਾਣ ਯਿਸੂ ਤੁਹਾਡੇ ਨਾਮ ਦੇ ਵਿੱਚ। ਹਾਲੇਲੂਇਆ। ਔਰ ਤੋਬਾ ਕਰਕੇ ਪ੍ਰਭੂ ਤੁਹਾਡੇ ਚਰਨਾਂ ਦੇ ਵਿੱਚ ਆ ਜਾਣ ਮੇਰੇ ਪ੍ਰਭੂ। तो आप प्रभु यीशु मसीह नासरी ਦੇ ਨਾਮ ਚ ਮੰਗਦੇ ਹਾਂ। ਆਮੀਨ ਆਮੀਨ ਆਮੀਨ। ਹਾਲੇਲੂਇਆ। ਖੁਦਾਵੰਦ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ, ਧੰਨਵਾਦ ਕਰਦੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਨੂੰ ਇੱਜ਼ਤ, ਉਹਦੇ ਨਾਮ ਨੂੰ ਅਸੀਂ ਜਲਾਲ ਦਿੰਦੇ ਹਾਂ, ਕਿਉਂਕਿ ਪ੍ਰਭੂਆਂ ਦਾ ਪ੍ਰਭੂ, ਰਾਜਾਂ ਦਾ ਰਾਜਾ ਯੀਸ਼ੂ ਨਾਸਰੀ ਹੀ ਪ੍ਰਭੂ ਆ। ਉਸ ਤੋਂ ਬਿਨਾਂ ਹੋਰ ਕੋਈ ਪ੍ਰਭੂ ਹੈ ਨਹੀਂ ਆ ਮੇਰੇ ਜੀਜੋ। ਹਾਲੇਲੂਇਆ। ਕਿਉਂਕਿ ਪ੍ਰਭੂ ਦਾ ਧੰਨਵਾਦ ਕਰਦੇ ਸਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਪ੍ਰਭੂ ਯੀਸ਼ੂ ਮਸੀਹ ਨਾਸਰੀ ਹੀ ਪ੍ਰਭੂ ਹੈ, ਉਸ ਤੋਂ ਬਿਨਾਂ ਹੋਰ ਕੋਈ ਪ੍ਰਭੂ ਹੈ ਨਹੀਂ ਹੈ ਮੇਰੇ ਚੀਜ਼। ਹਾਲੇਲੂਇਆ। ਜਦੋਂ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ, ਲਿਖਿਆ ਪਰਮੇਸ਼ਰ, ਅੱਜ ਮੇਰਾ ਵਿਸ਼ਾ ਵੀ ਇਹੀ ਹੈ ਕਿ ਪਰਮੇਸ਼ਰ ਦੇ ਵਚਨ ਚ ਕਿ ਮੈਂ ਅਲਫਾ ਅਤੇ ਓਮੇਗਾ, ਆਦ ਔਰ ਅੰਤ ਹਾਂ। ਹਾਲੇਲੂਇਆ। ਹਾਲੇਲੂਇਆ। ਮੈਂ ਅਲਫਾ ਔਰ ਓਮੇਗਾ, ਆਦ ਔਰ ਅੰਤ ਹਾਂ। ਹਾਲੇਲੂਇਆ। ਖੁਦਾ ਦੇ ਵਚਨ ਦੇ ਵਿੱਚ ਆਪਾਂ ਦੇਖਣਾ ਹੈ ਕਿ ਕਿਸ ਤਰ੍ਹਾਂ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਮੈਂ ਅਲਫਾ ਵੀ ਹਾਂ, ਮੈਂ ਓਮੇਗਾ ਵੀ, ਮੈਂ ਅਗਲਾ ਔਰ ਪਿਛਲਾ ਔਰ ਆਦ ਔਰ ਅੰਤ ਵੀ ਹਾਂ। ਹਾਲੇਲੂਇਆ। ਔਰ ਖੁਦਾ ਦਾ ਬਹੁਤ ਸ਼ੁਕਰ ਗੁਜ਼ਾਰ ਕਰਦੇ, ਉਹਦਾ ਧੰਨਵਾਦ ਕਰਦੇ। ਪਰਮੇਸ਼ਰ ਦੇ ਵਚਨ 'ਚ ਪ੍ਰਕਾਸ਼ ਦੀ ਪੋਥੀ ਉਹਦਾ 1 ਬਾਬ ਦੀ 8 ਐਤ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਆਪਾਂ ਦੇਖਣਾ ਹੈ। ਪ੍ਰਕਾਸ਼ ਦੀ ਪੋਥੀ ਉਹਦਾ 1 ਬਾਬ ਉਹਦੀ 8 ਐਤ ਪਰਮੇਸ਼ਰ ਦੇ ਵਚਨ 'ਚ ਦੇਖਾਂਗੇ। ਲਿਖਿਆ ਮੈਂ ਅਲਫਾ ਤੇ ਓਮੇਗਾ ਹਾਂ। ਇਹ ਆਖਣਾ ਪ੍ਰਭੂ ਪਰਮੇਸ਼ਰ ਦਾ ਹੈ, ਅਰਥਾਤ ਉਹ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਜੋ ਸਰਵ ਸ਼ਕਤੀਮਾਨ ਪ੍ਰਭੂ ਹੈ ਮੇਰੇ ਜੀਜੋ। ਦੇਖੋ ਪਰਮੇਸ਼ਰ ਦਾ ਵਚਨ ਸਾਨੂੰ ਸਾਫ਼ ਲਿਖਦਾ ਹੈ, ਜਿਸ ਨੇ ਆਉਣਾ ਵੀ ਹੈ ਉਹਦੇ ਬਾਰੇ ਵੀ ਲਿਖਿਆ ਹੈ ਕਿ ਮੈਂ ਅਲਫਾ ਔਰ ਓਮੇਗਾ ਹਾਂ। ਹਾਲੇਲੂਇਆ। ਇਹ ਆਖਣਾ ਪ੍ਰਭੂ ਪਰਮੇਸ਼ਰ ਦਾ, ਇਹ ਆਖਣਾ ਪ੍ਰਭੂ ਪਰਮੇਸ਼ਰ ਦਾ ਹੈ, ਕਿਸੇ ਹੋਰ ਦਾ ਨਹੀਂ ਹੈ ਲਿਖਿਆ ਹੋਇਆ ਮੇਰੇ ਜੀਜੋ। ਹਾਲੇਲੂਇਆ। ਇਹ ਪ੍ਰਭੂ ਪਰਮੇਸ਼ਰ ਨੇ ਆਪਣੇ ਆਪ ਹੀ ਆਪਣੇ ਪੁੱਤਰ ਆਤਮਾ ਦੇ ਦੁਆਰਾ ਲਿਖਾਇਆ ਹੋਇਆ ਆਪਣੇ ਦਾਸਾਂ ਦੇ ਕੋਲੋਂ ਪੁੱਤਰ ਆਤਮਾ ਦੇ ਦੁਆਰਾ ਲਿਖਿਆ ਮੈਂ ਅਲਫਾ ਤੇ ਓਮੇਗਾ ਹਾਂ। ਇਹ ਆਖਣਾ ਪ੍ਰਭੂ ਪਰਮੇਸ਼ਰ ਦਾ ਹੈ, ਅਰਥਾਤ ਉਹ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਜੋ ਸਰਵ ਸ਼ਕਤੀਮਾਨ ਪ੍ਰਭੂ ਹੈ। ਹਾਲੇਲੂਇਆ। ਮੇਰੇ ਜੀਜੋ, ਪਰਮੇਸ਼ਰ ਦੇ ਵਚਨ ਦੇ ਵਿੱਚ ਇਹੀ ਲਿਖਿਆ ਹੈ। ਬਹੁਤ ਸਾਰੇ ਲੋਕ ਜਿਹੜੇ ਹੈ ਉਹ ਪਰਮੇਸ਼ਰ ਪਿਤਾ ਯਹੋਵਾ ਪਰਮੇਸ਼ਰ ਨੂੰ, ਜਦੋਂ ਆਪਾਂ ਪੁਰਾਣੇ ਐਤਨਾਮੇ ਦੇ ਯਹੋਵਾ ਪੁਕਾਰਦੇ ਸੀ, ਪਰਮੇਸ਼ਰ ਪੁਕਾਰਦੇ ਸੀ, ਜਾਂ ਹੋਰ ਕਈਆਂ ਨਾਮਾਂ ਦੇ ਨਾਲ ਪਰਮੇਸ਼ਰ ਨੂੰ ਪੁਕਾਰਦੇ ਸੀ, ਉਹ ਕਹਿੰਦੇ ਕਿ ਯਹੋਵਾ ਪਰਮੇਸ਼ਰ ਕੋਈ ਹੋ ਰਿਹਾ, ਪ੍ਰਭੂ ਯਿਸੂ ਮਸੀਹ ਕੋਈ ਹੋ ਰਿਹਾ। ਮੇਰੇ ਜੋ ਪ੍ਰਭੂ ਯਹੋਵਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਉਹ ਇੱਕੋ ਹੀ ਹੈ। ਹਾਲੇਲੂਇਆ। ਉਹਨਾਂ ਨੇ ਪਿਤਾ ਨੂੰ ਦਰਜਾ ਦਿੱਤਾ ਹੈ, ਪਰ ਉਹ ਹੈ, ਉਹ ਆਪ ਹੀ ਪ੍ਰਭੂ ਹੈ। ਪਰਮੇਸ਼ਰ ਦਾ ਵਚਨ ਸਾਫ਼ ਆਪਾਂ ਇੱਕ ਵਾਰੀ ਹੋਰ ਪੜ੍ਹ ਲੈਂਦੇ ਹਾਂ। ਮੈਂ ਲਿਖਿਆ ਕਿ ਮੈਂ ਅਲਫਾ ਤੇ ਓਮੇਗਾ ਹਾਂ। ਇਹ ਆਖਣਾ ਪ੍ਰਭੂ ਪਰਮੇਸ਼ਰ ਦਾ ਹੈ, ਅਰਥਾਤ ਉਹੀ ਜਿਹੜਾ ਹੈ ਅਤੇ ਜਿਹੜਾ ਹੈ ਸੀ, ਜਿਹੜਾ ਹੈ ਹੁਣ ਇਸ ਵੇਲੇ, ਜਿਹੜਾ ਹੈ ਤੇ ਜਿਹੜਾ ਹੈ ਸੀ। ਹਾਲੇਲੂਇਆ। ਅਤੇ ਜਿਹੜਾ ਆਉਣ ਵਾਲਾ ਹੈ, ਜਿਹੜਾ ਆਉਣ ਵਾਲਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਹੈ, ਉਹ ਪ੍ਰਭੂਆਂ ਦੇ ਪ੍ਰਭੂ, ਰਾਜਾਂ ਦੇ ਰਾਜਾ, ਉਹ ਆਉਣ ਵਾਲੇ ਵੀ ਆ। ਹਾਲੇਲੂਇਆ। ਆਉਣ ਵਾਲਾ ਹੈ ਜੋ ਸਰਵ ਸ਼ਕਤੀਮਾਨ ਹੈ, ਜਿਹੜਾ ਸਰਵ ਸ਼ਕਤੀਮਾਨ ਹੈ ਮੇਰੇ ਜੀ। ਪ੍ਰਭੂਆਂ ਦਾ ਪ੍ਰਭੂ, ਰਾਜਾਂ ਦਾ ਰਾਜਾ ਯਿਸੂ ਮਸੀਹ ਨਾਸਰੀ ਜਿਹੜੇ ਹੈ, ਉਹ ਆਉਣ ਵਾਲੇ ਵੀ ਆ ਮੇਰੇ ਜੀ। ਜਿਹੜਾ ਪਹਿਲਾਂ ਸੀ, ਹੁਣ ਵੀ ਹੈ, ਆਉਣ ਵਾਲਾ ਵੀ ਹੈ। ਤੇ ਮੇਰੇ ਜੀ ਇਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਹੈ, ਉਹ ਆਪਣੇ ਬਾਰੇ ਸਾਨੂੰ ਦੱਸ ਰਹੇ। ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਹੋਰ ਵੀ ਪਰਮੇਸ਼ਰ ਦੇ ਵਚਨ ਚੋਂ ਦੇਖ ਸਕਦੇ ਹਾਂ। ਪਰਮੇਸ਼ਰ ਦੇ ਵਚਨ ਚੋਂ ਦੇਖ ਸਕਦੇ, ਪ੍ਰਕਾਸ਼ ਦੀ ਪੋਥੀ ਉਹਦਾ 22 ਬਾਬ ਉਹਦੀ 12 ਤੋਂ 15 ਆਇਤ ਵੀ ਆਪਾਂ ਦੇਖਾਂਗੇ। ਹਾਲੇਲੂਇਆ। ਪ੍ਰਕਾਸ਼ ਦੀ ਪੋਥੀ ਉਹਦਾ 22 ਬਾਬ। ਹਾਲੇਲੂਇਆ। ਥੈਂਕ ਯੂ ਜੀਸਸ, ਗਲੋਰੀ। 22 ਬਾਬ ਦੀ 15, 12 ਤੋਂ ਲੈ ਕੇ 15 ਤੱਕ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਣਾ। ਵੇਖ ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ, ਭਈ ਮੈਂ ਹਰੇਕ ਨੂੰ ਜਿਹੋ ਜਿਹਾ ਜਿਸ ਦਾ ਕੰਮ ਹੈ ਤਿਹਾ ਹੀ ਉਹਨੂੰ
ਬਦਲਾ ਦਿਆਂ। ਹਾਲੇਲੂਇਆ। ਦੇਖੋ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ, ਮੈਂ ਛੇਤੀ ਆਉਣ ਵਾਲਾ ਹੈ, ਬਹੁਤ ਹੀ ਜਲਦੀ ਆਉਣ ਵਾਲਾ। ਜਿੱਦਾਂ ਦੇ ਕਿਸੇ ਨੇ ਕੰਮ ਕੀਤੇ ਉਹਦੇ ਹਿਸਾਬ ਦੇ ਨਾਲ ਮੈਂ ਬਦਲਾ ਉਹਨੂੰ ਦਿਆਂਗਾ। ਜਿਸ ਤਰ੍ਹਾਂ ਦਾ ਉਹਨੇ ਕੰਮ ਕੀਤੇ ਉਹਦੇ ਹਿਸਾਬ ਦੇ ਨਾਲ, ਜੇ ਚੰਗੇ ਕੰਮ ਕੀਤੇ ਹੈ ਜਾਂ ਪ੍ਰਭੂ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਪਰਮੇਸ਼ਰ ਦੇ ਨਾਲ ਜੋੜ ਕੇ ਪਰਮੇਸ਼ਰ ਦੇ ਨਾਲ ਨਿਤਨੇਮ ਪਰਮੇਸ਼ਰ ਦਾ ਨਾਮ ਲਿਆ ਹੈ, ਪਰਮੇਸ਼ਰ ਦੀ ਜੈ ਜੈਕਾਰ ਕੀਤੀ ਹੈ ਔਰ ਲੋਕਾਂ ਨੂੰ ਪਰਮੇਸ਼ਰ ਦੇ ਬਾਰੇ ਦੱਸਿਆ ਹੈ, ਤਾਂ ਮੇਰੇ ਜੀਜੋ ਪਰਮੇਸ਼ਰ ਦੇ ਵਿੱਚ ਜਿੱਦਾਂ ਦਾ ਕੰਮ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ, ਜੈਸਾ ਕੰਮ ਉਹਨੇ ਕੀਤਾ ਹੈ ਤੈਸਾ ਹੀ ਮੈਂ ਉਹਨਾਂ ਨੂੰ ਬਦਲਾ ਦਿਆਂਗਾ। ਹਾਲੇਲੂਇਆ। ਤੇ ਹੀ ਉਹਨਾਂ ਨੂੰ ਬਦਲਾ ਦਿਆਂਗਾ। ਮੈਂ ਅਲਫਾ ਅਤੇ ਓਮੇਗਾ। ਦੇਖੋ ਫਿਰ ਵੀ 22 ਐਤ ਦੇ ਵਿੱਚ ਵੀ ਪ੍ਰਕਾਸ਼ ਦੀ ਪੋਥੀ 12 ਬਾਬ ਦੀ 12 ਐਤ ਦੇ ਵਿੱਚ ਵੀ ਲਿਖਿਆ ਹੈ ਮੈਂ ਅਲਫਾ ਅਤੇ ਓਮੇਗਾ ਹਾਂ, ਪਹਿਲਾ ਅਤੇ ਪਿਛਲਾ ਹਾਂ, ਆਦ ਅਤੇ ਅੰਤ ਹਾਂ। ਹਾਲੇਲੂਇਆ। ਧੰਨ ਉਹ ਜਿਹੜੇ ਆਪਣੇ ਵਸਤਰ ਧੋ ਲੈਂਦੇ ਹਨ, ਭਈ ਉਹਨਾਂ ਨੂੰ ਜੀਵਨ ਦੇ ਬ੍ਰਿਸ਼ ਦੇ ਉੱਤੋਂ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਥਾਣੀ ਉਸ ਨਗਰੀ ਦੇ ਅੰਦਰ ਜਾਣ। ਹਾਲੇਲੂਇਆ। ਹਾਲੇਲੂਇਆ। ਦੇਖੋ ਪਰਮੇਸ਼ਰ ਦੇ ਵਚਨ ਸਾਫ਼ ਲਿਖਿਆ ਮੇਰੇ ਵਿੱਚ, ਜਿਜੋ ਪ੍ਰਕਾਸ਼ ਦੀ ਪੋਥੀ 22 ਬਾਬ ਦੀ 12 ਐਤ ਵਿੱਚ ਵੀ ਲਿਖਿਆ ਤੇਰਾ ਵੀ ਮੈਂ ਅਲਫਾ ਤੇ ਓਮੇਗਾ ਹਾਂ, ਮੈਂ ਪਹਿਲਾ ਤੇ ਪਿਛਲਾ ਹਾਂ, ਆਦ ਔਰ ਅੰਤ ਹਾਂ। ਧੰਨ ਉਹ ਜਿਹੜੇ ਆਪਣੇ ਵਸਤਰ ਧੋ ਲੈਂਦੇ ਆ। ਮੇਰੇ ਜੀ ਵਸਤਰਾਂ ਧੋਣ ਦਾ ਮਤਲਬ ਕੀ ਆ? ਆਪਣੇ ਆਪ ਨੂੰ ਬਿਲਕੁਲ ਪਿਓਰ ਕਰ ਲੈਂਦੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਲਈ, ਔਰ ਹਰ ਗੁਨਾਹ ਤੋਂ ਹਰ ਬੁਰਾਈ ਤੋਂ ਬਚੇ ਰਹਿੰਦੇ ਆ ਮੇਰੇ ਜੀਜੋ। ਤਾਂ ਉਹ ਆਪਣੇ ਵਸਤਰ ਜਿਹੜੇ ਆ ਧੋ ਲੈਂਦੇ, ਕਹਿਣ ਦਾ ਮਤਲਬ ਆਪਣੇ ਆਪ ਨੂੰ ਪਵਿੱਤਰ ਕਰ ਲੈਂਦੇ ਆ। ਹਾਲੇਲੂਇਆ। ਤਾਂ ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਵਚਨ 'ਚ ਲਿਖਿਆ ਕਿ ਉਹ ਆਪਣੇ ਵਸਤਰ ਜਿਹੜੇ ਆ ਉਹ ਧੋ ਲੈਂਦੇ ਆ। ਹਾਲੇਲੂਇਆ। ਤੇ ਪਰਮੇਸ਼ਰ ਦੇ ਨਾਲ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਫਿਰ ਬਤਾਉਂਦੇ ਆ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਉਹਨਾਂ ਨੂੰ ਜੀਵਨ ਦੇ ਬ੍ਰਿਸ਼ ਦੇ ਉੱਤੋਂ ਹੱਕ ਹੋਵੇਗਾ, ਜਿਹੜੇ ਆਪਣੇ ਵਸਤਰ ਧੋ ਕੇ ਪਵਿੱਤਰਤਾ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੇ। ਹਾਲੇ ਉਹਨਾਂ ਨੂੰ ਜੀਵਨ ਦੇ ਹਾਲੇਲੂਇਆ ਉਹਨਾਂ ਨੂੰ ਕੀ ਹੱਕ ਹੋਏਗਾ। ਹਾਲੇਲੂਇਆ। ਉਹ ਪ੍ਰੇਜ਼ ਲਾਰਡ, ਜੀਵਨ ਦੇ ਬ੍ਰਿਸ਼ ਦੇ ਉੱਤੇ ਹੱਕ ਹੋਵੇਗਾ ਮੇਰੇ ਜੀਜੋ। ਹਮੇਸ਼ਾ ਦੀ ਜ਼ਿੰਦਗੀ ਮੇਰੇ ਜੀਜੋ। ਹਾਲੇਲੂਇਆ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਬਖਸ਼ ਦੇਣਗੇ। ਹਮੇਸ਼ਾ ਦੀ ਜ਼ਿੰਦਗੀ ਉਹਨਾਂ ਨੂੰ ਹੱਕ ਹੋਏਗਾ, ਜੀਵਨ ਦਾ ਬ੍ਰਿਸ਼ ਜਿਹੜਾ ਹੈ। ਹਾਲੇਲੂਇਆ। ਹਾਲੇਲੂਇਆ। ਔਰ ਪਰਮੇਸ਼ਰ ਦਾ ਵਚਨ ਸਾਫ਼ ਸਾਨੂੰ ਲਿਖਦਾ ਹੈ ਕਿ ਜਦੋਂ ਅਸੀਂ ਆਪਣੇ ਵਸਤਰ ਧੋ ਲੈਂਦੇ ਹਾਂ, ਪੂਰੀ ਤੌਰ ਤੇ ਆਪਣੇ ਆਪ ਨੂੰ ਪਾਕ ਤੇ ਪਵਿੱਤਰ ਕਰਕੇ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਜੋੜ ਲੈਂਦੇ ਹਾਂ, ਤੇ ਉਹਨਾਂ ਨੂੰ ਫਿਰ ਹੱਕ ਆ ਮੇਰੇ ਜੀਜੋ, ਜੀਵਨ ਦੇ ਬ੍ਰਿਸ਼ ਤੋਂ ਹੱਕ ਆ ਮੇਰੇ ਜੀਜੋ। ਹਾਲੇਲੂਇਆ। ਪਰਮੇਸ਼ਰ ਸਾਨੂੰ ਹੱਕ ਦਵਾਏਗਾ ਮੇਰੇ ਜੀਜੋ। ਹਾਲੇਲੂਇਆ। ਇੱਕ ਵਾਰੀ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਬਿਲਕੁਲ ਪਿਓਰ ਕਰਕੇ, ਪੂਰੀ ਤੌਰ ਤੇ ਪਰਮੇਸ਼ਰ ਦੇ ਨਾਲ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਆ ਪਾਕ ਤੇ ਸਾਫ਼ ਕਰਕੇ ਉਹਦੇ ਨਾਲ ਗੁਜ਼ਾਰਨੀਆਂ ਸ਼ੁਰੂ ਕਰ ਦਿਓ। ਫਿਰ ਪਰਮੇਸ਼ਰ ਕਹਿੰਦਾ ਕਿ ਮੈਂ ਬਹੁਤ ਹੀ ਜਲਦ ਆਉਣ ਵਾਲਾ ਹਾਂ। ਜਿੱਦਾਂ ਦੇ ਤੁਸੀਂ ਕੰਮ ਕੀਤੇ ਹੋਣਗੇ, ਜੇ ਚੰਗੇ ਕੰਮ ਕੀਤੇ ਚੰਗਾ ਫਲ ਤੁਹਾਨੂੰ ਮਿਲੇਗਾ, ਜੇ ਤੁਸੀਂ ਮਾੜੇ ਕੰਮ ਕੀਤੇ ਤੇ ਮਾੜਾ ਫਲ ਮਿਲੇਗਾ ਤੁਹਾਨੂੰ। ਤੇ ਸਾਨੂੰ ਸਾਰਿਆਂ ਨੂੰ ਸੋਚਣ ਦੀ, ਵਿਚਾਰਨ ਦੀ ਗੱਲ ਹੈ ਕਿ ਅਸੀਂ ਅੱਛੇ ਕੰਮ ਕਰੀਏ, ਪਰਮੇਸ਼ਰ ਦਾ ਪਵਿੱਤਰਤਾਈ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਕੇ ਅੱਛੇ ਕੰਮ ਕਰੀਏ ਤੇ ਸਾਨੂੰ ਅੱਛਾ ਫਲ ਹੀ ਮਿਲੇਗਾ ਮੇਰੇ ਚੀਜ਼ੋ ਪਰਮੇਸ਼ਰ ਦੇ ਵੱਲੋਂ। ਹਾਲੇਲੂਇਆ। ਇੱਕ ਆਪਾਂ ਹੋਰ ਦੇਖਦੇ ਪਰਮੇਸ਼ਰ ਦੇ ਵਚਨ ਜੋ ਪ੍ਰਕਾਸ਼ ਦੀ ਪੋਥੀ ਉਹਦਾ 1 ਬਾਬ ਦੀ 3 ਐਤ ਵੀ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਣੀ ਆ। ਹਾਲੇਲੂਇਆ। ਪਰਮੇਸ਼ਰ ਦੇ ਵਚਨ ਚੋਂ ਪ੍ਰਕਾਸ਼ ਦੀ ਪੋਥੀ 1 ਬਾਬ ਉਹਦੀ 3 ਐਤ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ, ਕਹਿੰਦਾ ਧੰਨ ਉਹ ਜਿਹੜਾ ਇਸ ਅਗੰਮ ਬਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਸ ਦੇ ਵਿੱਚ ਲਿਖਿਆ ਹੋਇਆ ਹੈ ਉਹਦੀ ਪਾਲਣਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ ਮੇਰੇ ਜੀਜੋ। ਹਾਲੇਲੂਇਆ। ਦੇਖੋ ਪਰਮੇਸ਼ਰ ਦੇ ਵਚਨ 'ਚ ਸਾਫ਼ ਲਿਖਿਆ, ਕਹਿੰਦਾ ਧੰਨ ਉਹ ਜਿਹੜੇ ਇਸ ਅਗੰਮ ਬਾਕ ਦੀਆਂ ਬਾਣੀਆਂ ਨੂੰ ਪੜ੍ਹਦੇ। ਇਸ ਅਗੰਮ ਬਾਕ ਦੀਆਂ ਬਾਣੀਆਂ ਨੂੰ ਪੜ੍ਹਦੇ ਧੰਨ ਉਹ ਲੋਕੀ ਆ। ਧੰਨ ਉਹ ਲੋਕੀ ਜਿਹੜੇ ਇਸ ਅਗੰਮ ਬਾਕ ਦੀਆਂ ਬਾਣੀਆਂ ਨੂੰ ਪੜ੍ਹਦੇ, ਇਸ ਵਚਨ ਨੂੰ ਪੜ੍ਹਦੇ ਆ, ਇਸ ਵਚਨ ਨੂੰ ਪੜ੍ਹ ਕੇ ਆਪਣੀਆਂ ਜ਼ਿੰਦਗੀਆਂ ਦੇ ਉੱਪਰ ਲਾਗੂ ਕਰਦੇ ਆ। ਹਾਲੇਲੂਇਆ। ਤੇ ਆਪਣੇ ਆਪ ਨੂੰ ਇਸ ਵਚਨ ਦੇ ਦੁਆਰਾ ਕੀ ਢਾਲਦੇ ਆ, ਔਰ ਪਰਮੇਸ਼ਰ ਦਾ ਵਚਨ ਜਿਹੜਾ ਆ ਉਹਦੀਆਂ ਅਗੰਮ ਬਾਕ ਦੀਆਂ ਬਾਣੀਆਂ ਨੂੰ ਪੜ੍ਹਦੇ ਹੈ, ਤੇ ਨਾਲੇ ਉਹਨਾਂ ਦੇ ਉੱਤੇ ਉਹਨਾਂ ਨੂੰ ਸੁਣਦੇ, ਜਿਹੜੇ ਉਹਨਾਂ ਨੂੰ ਸੁਣਦੇ ਵੀ ਆ ਤੇ ਪੜ੍ਹਦੇ ਵੀ ਆ ਮੇਰੇ ਜੀਜੋ। ਅੱਗੇ ਲਿਖਿਆ ਹੈ ਅਤੇ ਜੋ ਕੁਝ ਉਸ ਦੇ ਵਿੱਚ ਲਿਖਿਆ ਹੋਇਆ ਹੈ ਉਸ ਦੀ ਪਾਲਣਾ ਕਰਦੇ। ਜੋ ਉਸ ਵਿੱਚ ਲਿਖਿਆ ਉਹਦੀ ਪਾਲਣਾ ਵੀ ਕਰਦੇ ਆ ਮੇਰੇ ਜੀਜੋ। ਇਹ ਸਾਰੀਆਂ ਗੱਲਾਂ ਜਿਹੜੀਆਂ ਪਰਮੇਸ਼ਰ ਦੇ ਵਚਨ 'ਚ ਪ੍ਰਕਾਸ਼ ਦੀ ਪੋਥੀ ਉਹਦਾ 1 ਬਾਬ ਦੀ 3 ਐਤ ਦੇ ਵਿੱਚ ਸਾਫ਼ ਲਿਖਿਆ ਹੈ ਕਿ
लिखिया होया है कि ਉਹਦੀ ਪਾਲਣਾ ਕਰਦੇ ਕਿਉਂ ਜੋ ਸਮਾਂ ਬਹੁਤ ਹੀ ਨੇੜੇ ਹੈ ਮੇਰੇ ਜੋ ਸਮਾਂ ਬਹੁਤ ਹੀ ਜਲਦੀ ਆ ਰਿਹਾ ਹੈ, ਬਹੁਤ ਹੀ ਨੇੜੇ ਹੈ ਮੇਰੇ ਜੀਜੋ। ਤੇ ਆਪਣੀਆਂ ਜ਼ਿੰਦਗੀਆਂ ਨੂੰ ਪਾਕ ਤੇ ਸਾਫ਼ ਕਰਕੇ ਪਰਮੇਸ਼ਰ ਦੇ ਵਚਨ ਚ ਅਗੰਮ ਬਾਕ ਦੀਆਂ ਬਾਣੀਆਂ ਜਿਹੜੀਆਂ ਆ ਉਹਨੂੰ ਅਸੀਂ ਪੜ੍ਹੀਏ ਤੇ ਸੁਣੀਏ ਤੇ ਉਹਦੇ ਉੱਪਰ ਅਮਲ ਕਰੀਏ। ਸਮਾਂ ਬਹੁਤ ਹੀ ਨੇੜੇ ਹੈ ਮੇਰੇ ਜੀਜੋ। ਹਾਲੇਲੂਇਆ। ਔਰ ਇੱਕ ਹੋਰ ਆਪਾਂ ਪਰਮੇਸ਼ਰ ਦੇ ਵਚਨ 'ਚ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਅਲਫਾ ਤੇ ਓਮੇਗਾ, ਆਦ ਔਰ ਅੰਤ ਹਾਂ। ਇਹ ਕਿੱਥੇ ਕਿੱਥੇ ਲਿਖਿਆ, ਕਿਸ ਵਚਨ ਦੇ ਵਿੱਚ ਲਿਖਿਆ ਹੈ, ਸਾਨੂੰ ਪਤਾ ਲੱਗੇਗਾ ਕਿ ਮੈਂ ਆਦ ਔਰ ਅੰਤ ਹਾਂ, ਮੈਂ ਅਲਫਾ ਤੇ ਓਮੇਗਾ, ਅਗਲਾ ਔਰ ਪਿਛਲਾ ਹੈ, ਸਭ ਕੁਝ ਹਾਲੇਲੂਇਆ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ। ਹਾਲੇਲੂਇਆ। ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ ਯਹੂਦਾ ਦੀ ਪੱਤਰੀ ਉਹਦਾ 1 ਬਾਬ ਦੀ 3 ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਣਾ। ਹਾਲੇਲੂਇਆ। ਯਹੂਦਾ ਦੀ ਪੱਤਰੀ 1 ਬਾਬ ਦੀ 3 ਐਤ ਪਰਮੇਸ਼ਰ ਦੇ ਵਚਨ ਚੋਂ ਦੇਖੀਏ। ਲਿਖਿਆ, ਪਿਆਰਿਓ, ਜਦੋਂ ਸਾਡੀ ਸਾਂਝੀ ਮੁਕਤੀ ਦੇ ਵਿਖੇ ਮੈਂ ਤੁਹਾਨੂੰ ਲਿਖਣ ਦੀ ਬਹੁਤ ਚਾਹ ਕਰਦਾ ਹਾਂ। ਲਿਖਿਆ, ਪਿਆਰਿਓ, ਜਦੋਂ ਸਾਡੀ ਸਾਂਝੀ ਮੁਕਤੀ ਦੇ ਵਿਖੇ ਮੈਂ ਤੁਹਾਨੂੰ ਲਿਖਣ ਦੀ ਬਹੁਤ ਹੀ ਚਾਹ ਕਰਦਾ ਹਾਂ, ਤਾਂ ਮੈਂ ਤੁਹਾਨੂੰ ਲਿਖ ਕੇ ਤਗੀਦ ਕਰਨੀ ਜ਼ਰੂਰੀ ਜਾਣੀ ਭਈ ਤੁਸੀਂ ਉਹ ਨੇਚਾ ਦੇ ਲਈ ਜਿਹੜੀ ਇੱਥੇ ਬਾਰ-ਬਾਰ ਸੰਤਾਂ ਨੂੰ ਸੌਂਪੀ ਗਈ ਯਤਨ ਕਰੋ, ਕਿਉਂ ਜੋ ਕਈ ਮਨੁੱਖ ਚੋਰੀ ਆਬੜੇ ਹਨ, ਜਿਹੜੇ ਇਸ ਸਜ਼ਾ ਲਈ ਪ੍ਰਾਚੀਨ ਕਾਲ ਤੋਂ ਅਗੇਤੇ ਲਿਖੇ ਹੋਏ ਹਨ। ਸ਼ੈਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ਰ ਦੀ ਉਲਟਾ ਕਰਕੇ ਲੁੱਚਪਣੇ ਦੇ ਵਿੱਚ ਜਿਹੜਾ ਉਹ ਆਪਣੇ ਆਪ ਨੂੰ ਢਾਲ ਲੈਂਦਾ। ਯਿਸੂ ਮਸੀਹ ਦਾ ਜਿਹੜਾ ਇੱਕੋ ਹੀ ਸਾਡਾ ਸੁਆਮੀ ਅਤੇ ਪ੍ਰਭੂ ਹੈ, ਇਨਕਾਰ ਕਰਦੇ ਹਨ। ਹਾਲੇਲੂਇਆ। ਮੇਰੇ ਜੀਜੋ, ਬਹੁਤ ਸਾਰੇ ਝੂਠੇ ਲੋਕ ਉੱਠ ਖੜੇ ਹਨ ਜਿਹੜੇ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰਦੇ ਆ। ਮੇਰੇ ਜੀਜੋ, ਹਾਲੇਲੂਇਆ। ਇੱਕੋ ਪ੍ਰਭੂ ਯਿਸੂ ਮਸੀਹ ਜਿਹੜਾ ਇੱਕੋ ਹੀ ਸਾਡਾ ਸੁਆਮੀ ਹੈ ਅਤੇ ਪ੍ਰਭੂ ਹੈ, ਇਨਕਾਰ ਕਰਦੇ ਆ। ਬਹੁਤ ਸਾਰੇ ਲੋਕ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰਦੇ, ਝੂਠੇ ਲੋਕ ਜਿਹੜੇ ਉੱਠ ਖੜੇ ਹੋਏ ਆ ਮੇਰੇ ਜੀਜੋ, ਜਿਹੜੇ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰਦੇ ਆ। ਪਰ ਪਰਮੇਸ਼ਰ ਪ੍ਰਭੂ ਯਿਸੂ ਨਾਸਰੀ ਹੀ ਪ੍ਰਭੂ ਹੈ। ਸਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪਤਾ ਚੱਲਦਾ ਹੈ ਕਿ ਕੌਣ ਪ੍ਰਭੂ ਹੈ। ਹਾਲੇਲੂਇਆ। ਇੱਕੋ ਇੱਕ ਪ੍ਰਭੂ ਯਿਸੂ ਮਸੀਹ ਹੀ ਪ੍ਰਭੂ ਹੈ ਮੇਰੇ ਜੋ। ਉਹਦੇ ਤੇ ਨਿਚਾ ਕਰਨੀ ਹੈ। ਹਾਲੇਲੂਇਆ। ਉਹਦੇ ਤੇ ਵਿਸ਼ਵਾਸ ਕਰਨਾ ਹੈ। ਹਾਲੇਲੂਇਆ। ਤਾਂ ਫਿਰ ਸਾਨੂੰ ਪਤਾ ਲੱਗਦਾ ਹੈ ਪਰਮੇਸ਼ਰ ਦੇ ਵਚਨ। ਇਸੇ ਕਰਕੇ ਤਾਂ ਲਿਖਿਆ, ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਪਰਮੇਸ਼ਰ ਦੀਆਂ ਅਗੰਮ ਬਾਣੀਆਂ ਜਿਹੜੀਆਂ ਉਹਦੇ ਤੇ ਉਹਨੂੰ ਸੁਣੋ ਤੇ ਚੱਲੋ ਉਹਦੇ ਉੱਤੇ ਤੇ ਉਹਦੇ ਤੇ ਅਮਲ ਕਰੋ। ਫਿਰ ਤੁਹਾਨੂੰ ਪਤਾ ਚੱਲੇਗਾ ਕਿ ਸੱਚਮੁੱਚ ਪ੍ਰਭੂ ਯਿਸੂ ਮਸੀਹ ਹੀ ਪ੍ਰਭੂ ਹੈ ਮੇਰੇ ਜੀਜੋ। ਹਾਲੇ ਉਹੀ ਆਦ, ਉਹੀ ਅੰਤ ਆ, ਅਗਲਾ ਔਰ ਪਿਛਲਾ ਮੇਰੇ ਜੀਜੋ। ਹਾਲੇਲੂਇਆ। ਅਲਫਾ ਔਰ ਓਮੇਗਾ ਮੇਰੇ ਜੀਜੋ। ਹਾਲੇਲੂਇਆ। ਔਰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਇੱਕ ਆਖਰੀ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਾਂਗੇ, ਪ੍ਰਕਾਸ਼ ਦੀ ਪੋਥੀ ਉਹਦਾ 2 ਬਾਬ। ਹਾਲੇਲੂਇਆ। ਥੈਂਕ ਯੂ ਜੀਸਸ। ਪ੍ਰਕਾਸ਼ ਦੀ ਪੋਥੀ ਉਹਦਾ 2 ਬਾਬ ਦੀ ਪਰਮੇਸ਼ਰ ਦੇ ਵਚਨ ਚੋਂ ਦੇਖਾਂਗੇ। ਹਾਲੇਲੂਇਆ। 4 ਤੇ 5 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। ਲਿਖਿਆ ਹੈ, ਹਾਲੇਲੂਇਆ। ਥੈਂਕ ਯੂ ਜੀਸਸ। ਗਲੋਰੀ ਗਲੋਰੀ ਗਲੋਰੀ। ਹਾਲੇ ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇੱਕ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਦਿੱਤਾ ਬੈਠਾ ਹੈ। ਜੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ ਅਤੇ ਤੋਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ ਮੇਰੇ ਜੀਜੋ। ਹਾਲੇਲੂਇਆ। ਦੇਖੋ ਪਰਮੇਸ਼ਰ ਦੇ ਵਚਨ 'ਚ ਸਾਫ਼ ਲਿਖਿਆ ਹੈ ਕਿ ਪਰ ਜੋ ਤੂੰ ਤੇਰੇ ਉੱਤੇ ਮੈਨੂੰ ਕਹਿੰਦੇ ਫਿਰ ਵੀ ਮੈਨੂੰ ਤੇਰੇ ਉੱਤੇ ਇੱਕ ਗਿਲਾ ਹੈ। ਹਾਲੇਲੂਇਆ। ਤੂੰ ਪਹਿਲਾ ਪਿਆਰ ਜਿਹੜਾ ਉਹਨੂੰ ਛੱਡ ਦਿੱਤਾ ਹੈ। ਦੇਖ ਤੂੰ ਕਿੱਥੋਂ ਡਿੱਗਾ ਹੈ। ਜਿਹੜੇ ਕੰਮ ਤੂੰ ਪਹਿਲਾਂ ਕਰਦਾ ਸੀ, ਚੰਗੇ ਕੰਮ ਕਰਦਾ ਸੀ, ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਜੋੜ ਕੇ ਪਰਮੇਸ਼ਰ ਦੇ ਨਾਲ ਚੱਲਦਾ ਸੀਗਾ, ਤੇ ਉਸੇ ਤਰ੍ਹਾਂ ਦੇ ਕੰਮ ਕਰਨੇ ਫਿਰ ਤੋਂ ਸ਼ੁਰੂ ਕਰ ਦੇ। ਦੇਖ ਤੂੰ ਕਿੱਥੋਂ ਡਿੱਗਾ। ਆਪਣੇ ਆਪ ਨੂੰ ਸੋਚ ਵਿਚਾਰ, ਆਪਣੇ ਆਪ ਨੂੰ ਦੇਖ, ਮੈਂ ਕਿੱਥੋਂ ਡਿੱਗਾ, ਕਿਹੜਾ ਪਾਪ ਮੇਰੇ ਕੋਲ ਹੋ ਗਿਆ, ਕਿਹੜਾ ਗੁਨਾਹ ਮੇਰੇ ਕੋਲੋਂ ਹੋ ਗਿਆ ਮੇਰੇ ਚ। ਹਾਲੇਲੂਇਆ। ਕਿਉਂਕਿ ਸਾਡਾ ਪਰਮੇਸ਼ਰ ਪ੍ਰਭੂ ਦਾ ਪ੍ਰਭੂ, ਰਾਜਾਂ ਦਾ ਰਾਜਾ ਯਿਸੂ ਨਾਸਰੀ ਜਿਹੜਾ ਉਹ ਸਾਡੀ ਕੀ ਆ, ਹਾਲੇਲੂਇਆ, ਸਾਨੂੰ ਦੇਖਦਾ ਹੈ ਕਿ ਇਹ ਮੇਰਾ ਬੱਚਾ ਪਹਿਲਾਂ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਮੇਰੇ ਵਿੱਚ ਚੱਲਦਾ। ਉਹਨੂੰ ਫਿਕਰ ਹੈ ਸਾਡਾ
ਉਹਨੂੰ ਫਿਕਰ ਹੈ ਮੇਰੇ ਜੀਜੋ ਕਿ ਮੇਰਾ ਬੱਚਾ ਬਹੁਤ ਹੀ ਅੱਛਾ ਚੱਲਦਾ ਸੀ ਮੇਰੇ ਨਾਲ, ਪਰ ਇਹ ਕਿੱਥੋਂ ਡਿੱਗਾ। ਤੂੰ ਆਪਣੇ ਆਪ ਨੂੰ ਸੋਚ ਵਿਚਾਰ, ਤੇ ਤੂੰ ਪਹਿਲਾ ਪਿਆਰ ਜਿਹੜਾ ਛੱਡ ਦਿੱਤਾ ਹੈ। ਤੂੰ ਉਹੀ ਪਿਆਰ ਜਿਹੜਾ ਮੈਨੂੰ ਪਹਿਲਾ ਵਾਲਾ ਪਿਆਰ ਕਰ ਜੋ ਤੂੰ ਪਹਿਲਾਂ ਕਰਦਾ ਸੀ। ਅੱਛੇ ਕੰਮ, ਪਰਮੇਸ਼ਰ ਦੀ ਬਾਣੀ ਪੜ੍ਹਦਾ, ਦਿਨ ਰਾਤ ਪਰਮੇਸ਼ਰ ਦੇ ਨਾਲ ਚੱਲਦਾ, ਉਹੀ ਕੰਮ ਕਰਨੇ ਸ਼ੁਰੂ ਕਰ ਦੇ। ਇਹ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਸਾਨੂੰ ਕਹਿ ਰਿਹਾ ਹੈ ਮੇਰੇ ਵਿੱਚ। ਹਾਲੇਲੂਇਆ। ਇਹਦੇ ਤੇ ਅਸੀਂ ਅਮਲ ਕਰਨਾ ਹੈ, ਗੌਰ ਕਰਨੀ ਹੈ ਕਿ ਸਾਡੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਸਾਡਾ ਫਿਕਰ ਹੈ ਮੇਰੇ ਵਿੱਚ। ਠੀਕ ਹੈ, ਕਈ ਵਾਰੀ ਸਾਡੇ ਕੋਲ ਗਲਤੀ ਹੋ ਜਾਂਦੀ ਹੈ, ਪਰ ਗਲਤੀ ਨੂੰ ਮੰਨ ਕੇ ਪਰਮੇਸ਼ਰ ਦੇ ਅੱਗੇ ਛੱਡ ਦਿਓ ਤਾਂ ਮੇਰੇ ਜੀਜੋ ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਪਰ ਫਿਰ ਤੋਂ ਦੁਆਰਾ ਹੋ ਜਾਂਦੀ ਹੈ। ਹਾਲੇਲੂਇਆ, ਥੈਂਕ ਯੂ ਜੀ। ਇੱਕ ਆਖਰੀ ਆਪਾਂ ਐਤ ਪੜਾਂਗੇ ਲੂਕਾ ਦੀ ਅੰਜੀਲ ਉਹਦਾ 18 ਬਾਬ। ਹਾਲੇਲੂਇਆ, ਥੈਂਕ ਯੂ ਜੀ। ਲੂਕਾ ਦੀ ਅੰਜੀਲ ਉਹਦਾ 18 ਬਾਬ ਆਪਾਂ ਪਰਮੇਸ਼ਰ ਦੇ ਵਿੱਚ ਕੱਢਾਂਗੇ। ਹਾਲੇਲੂਇਆ, ਥੈਂਕ ਯੂ ਜੀਸਸ, ਗਲੋਰੀ ਗਲੋਰੀ ਗਲੋਰੀ। ਹਾਲੇਲੂਇਆ, ਥੈਂਕ ਯੂ ਜੀ। 18 ਬਾਬ ਦੀ 9 ਤੋਂ 14 ਐਤ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜ੍ਹਨੀ ਹੈ। ਹਾਲੇਲੂਇਆ, ਥੈਂਕ ਯੂ ਜੀਸਸ। ਉਸਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ। ਬਹੁਤ ਸਾਰੇ ਲੋਕ ਆਪਣੇ ਉੱਪਰ ਹੀ ਭਰੋਸਾ ਕਰਨਾ ਸ਼ੁਰੂ ਕਰਦੇ ਕਿ ਅਸੀਂ ਬਹੁਤ ਧਰਮੀ ਹਾਂ, ਅਸੀਂ ਚਰਚ ਜਾਂਦੇ ਹਾਂ, ਪਰ ਕੰਮ ਜਿਹੜੇ ਅਸੀਂ ਉਹੀ ਫਿਰ ਜਿਹੜੇ ਪਹਿਲੇ ਵਾਲੇ ਕਰਦੇ ਸੀਗੇ, ਜਿਹੜੇ ਪਰਮੇਸ਼ਰ ਨੂੰ ਪਸੰਦ ਨਹੀਂ ਆ ਮੇਰੇ ਜੀਜੋ, ਉਹੀ ਕੰਮ ਅਸੀਂ ਕਰਦੇ ਤਾਂ ਫਿਰ ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਧਰਮੀ ਹਾਂ ਤੇ ਕੰਮ ਦੂਸਰੇ ਹੀ ਕਰਦੇ। ਧਰਮੀ ਹਾਂ ਅਤੇ ਹੋਰਨਾਂ ਨੂੰ ਤੁਸ ਜਾਣਦੇ ਹਨ ਸਨ। ਇਹ ਦ੍ਰਿਸ਼ਟਾਂਤ ਹੀ ਦਿੱਤਾ ਕਿ ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ, ਇੱਕ ਫਰਾਂਸੀਸੀ ਅਤੇ ਦੂਆ ਮਸੂਲੀਆ। ਫਰਾਂਸੀਸੀ ਨੇ ਖਲੋ ਕੇ ਆਪਣੇ ਜੀਵ ਵਿੱਚ ਇਉਂ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ਰ, ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਗੂ ਨਹੀਂ ਹਾਂ ਜੋ ਲਟੇਰੇ, ਕੁਧਰਮੀ ਅਤੇ ਜਨਾਹਕਾਰ ਅਤੇ ਨਾ ਹੀ ਇਸ ਮਸੂਲੀਏ ਵਰਗਾ ਹਾਂ। ਹਾਲੇਲੂਇਆ। ਇੱਕ ਜਿਹੜਾ ਮਸੂਲੀਆ ਸੀਗਾ ਫਰਾਂਸੀਸੀ ਖਲੋ ਕੇ ਆਪਣੇ ਦਿਲ ਦੇ ਵਿੱਚ ਇਹ ਕਹਿਣ ਲੱਗ ਪਿਆ, ਦੇਖ ਹੇ ਪਰਮੇਸ਼ਰ, ਮੈਂ ਉਹਨਾਂ ਲੋਕਾਂ ਵਰਗਾ ਨਹੀਂ ਜੋ ਲੋਕ ਜਿਹੜੇ ਆ ਹਾਲੇ ਲਟੇਰੇ ਆ, ਕੁਧਰਮੀ ਆ, ਜਨਾਹਕਾਰ, ਮੈਂ ਉਹਨਾਂ ਵਰਗਾ ਨਹੀਂ ਆ। ਹਾਲੇਲੂਇਆ। ਤੇ ਇਸ ਮਸੂਲੀਏ ਵਰਗਾ ਹਾਂ, ਨਾ ਮੈਂ ਇਸ ਮਸੂਲੀਏ ਵਰਗਾ ਹਾਂ। ਮੈਂ ਸਾਰੇ ਵਿੱਚ 2 ਵਾਰੀ, ਮੈਂ ਸਾਤੇ ਵਿੱਚ 2 ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਾਂ ਦਿੰਦਾ ਹਾਂ। ਦੇਖੋ, ਇਹ ਆਪਣੇ ਆਪ ਨੂੰ ਧਰਮੀ ਸਮਝਦਾ ਹੈ ਕਿ ਮੈਂ ਸਭ ਕੁਝ ਕਰਦਾ ਹਾਂ, ਮੇਰੇ ਵਿੱਚ ਕੋਈ ਕਮੀ ਨਹੀਂ ਹੈ। ਮੈਂ ਸਾਤੇ ਵਿੱਚ 2 ਵਾਰੀ ਵਰਤ ਵੀ ਰੱਖਦਾ, ਮੈਂ ਕੋਈ ਜਨਾਹ ਕਰਨੀ ਹੈ, ਮੈਂ ਕੋਈ ਗਲਤ ਕੰਮ ਨਹੀਂ ਕਰਦਾ, ਮੈਂ ਆ ਨਹੀਂ ਕਰਦਾ ਹੈ, ਪਰ ਆਪਣੇ ਆਪ ਨੂੰ ਕੀ ਸਮਝ ਰਿਹਾ ਹੈ? ਇਹ ਆਪਣੇ ਆਪ ਨੂੰ ਧਰਮੀ ਸਮਝ ਰਿਹਾ ਹੈ। ਹਾਲੇਲੂਇਆ। ਤੇ ਅੱਗੇ ਕੀ ਲਿਖਿਆ ਆਪਾਂ ਦੇਖਦੇ ਹਾਂ, ਪਰਮੇਸ਼ਰ ਵਿੱਚ ਲਿਖਿਆ, ਮੈਂ ਸਾਤੇ ਵਿੱਚ 2 ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਾਂਧ ਵੀ ਦਿੰਦਾ। ਕਹਿੰਦਾ ਮੈਂ ਦਸਾਂਧ ਵੀ ਦਿੰਦਾ ਹਾਂ। ਪਰ ਉਸ ਮਸੂਲੀਏ ਨੇ ਕੁਝ ਫਰਕ ਨਾਲ ਖੜੋ ਕੇ ਇੰਨਾ ਵੀ ਨਾ ਚਾਹਿਆ, ਜੋ ਆਪਣੀਆਂ ਅੱਖੀਆਂ ਆਕਾਸ਼ ਦੀ ਵੱਲ ਚੁੱਕ ਕੇ ਸਗੋਂ ਆਪਣੀ ਛਾਤੀ ਪਿੜਦਾ ਅਤੇ ਇਹ ਕਹਿੰਦਾ ਕਿ ਮੈਂ ਹੇ ਪਰਮੇਸ਼ਰ, ਮੈਂ ਪਾਪੀ ਉੱਤੇ ਦਇਆ ਕਰ। ਕਹਿੰਦਾ ਉਹਨੇ ਇੰਨਾ ਵੀ ਨਹੀਂ ਕਿਹਾ ਹੇ ਪਰਮੇਸ਼ਰ ਮੇਰੇ ਉੱਤੇ ਦਇਆ ਕਰ, ਇੰਨਾ ਵੀ ਨਹੀਂ ਕਿਹਾ ਉਹਨੇ। ਹਾਲੇਲੂਇਆ। ਆਪਣੇ ਆਪ ਨੂੰ ਧਰਮੀ ਸਮਝਦਾ ਕਿ ਮੈਂ ਬਿਲਕੁਲ ਠੀਕ ਹਾਂ, ਪਰ ਉਸਨੇ ਇੰਨਾ ਵੀ ਨਹੀਂ ਆਖਿਆ ਕਿ ਹੇ ਪਰਮੇਸ਼ਰ ਮੈਂ ਪਾਪੀ ਹਾਂ, ਇੰਨਾ ਵੀ ਨਹੀਂ ਕਿਹਾ ਉਹਨੇ। ਹਾਲੇਲੂਇਆ। ਮੈਂ ਤੁਹਾਨੂੰ ਆਖਦਾ ਹਾਂ ਉਹ ਨਹੀਂ, ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ, ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ, ਪਰ ਜੋ ਆਪ ਨੂੰ ਨੀਵਾਂ ਕਰਦਾ ਹੈ ਉਸ ਨੂੰ ਉੱਚਾ ਕੀਤਾ ਜਾਵੇਗਾ। ਹਾਲੇਲੂਇਆ। ਜਿਹੜਾ ਦੂਸਰਾ ਮਸੂਲੀਆ ਸੀ ਉਸਨੇ ਕਿਹਾ ਕਿ ਹੇ ਪਿਤਾ ਪਰਮੇਸ਼ਰ, ਮੈਂ ਪਾਪੀ ਹਾਂ, ਮੈਂ ਗੁਨਾਹਗਾਰ ਹਾਂ, ਮੇਰੇ ਉੱਤੇ ਦਇਆ ਕਰ। ਹਾਲੇਲੂਇਆ। ਜਿਹਨੇ ਪਰਮੇਸ਼ਰ ਦੇ ਕੋਲੋਂ ਕਿਹਾ ਕਿ ਹੇ ਪਰਮੇਸ਼ਰ ਮੈਂ ਪਾਪੀ, ਮੇਰੇ ਤੇ ਦਇਆ ਕਰ, ਉਹ ਧਰਮੀ ਠਹਿਰ ਕੇ ਗਿਆ ਮੇਰੇ ਜੀਜੋ। ਤੇ ਜਿਹੜਾ ਪਹਿਲਾ ਸੀਗਾ ਉਸਨੇ ਕਿਹਾ ਕਿ ਮੈਂ ਸਭ ਕੁਝ ਕਰਦਾ ਹੈ, ਉਹ ਆਪਣੇ ਆਪ ਨੂੰ ਹੀ ਧਰਮੀ ਬਣਾਈ ਜਾਂਦਾ ਸੀ, ਕੰਮ ਉਹਦੇ ਦੂਸਰੇ ਸੀ ਮੇਰੇ ਜੀਜੋ। ਇਸ ਕਰਕੇ ਸਾਨੂੰ ਜਿਹੜਾ ਪਰਮੇਸ਼ਰ ਦੇ ਕੋਲੋਂ ਤੋਬਾ ਕਰਕੇ ਪਰਮੇਸ਼ਰ ਕੋਲੋਂ ਮਾਫੀ ਮੰਗ ਕੇ ਪਰਮੇਸ਼ਰ ਦੇ ਅੱਗੇ ਅਸੀਂ ਆਪਣੇ ਪਾਪਾਂ ਨੂੰ ਮੰਨ ਕੇ ਛੱਡ ਦੇਣਾ, ਫਿਰ ਪਰਮੇਸ਼ਰ ਦੀ ਕਿਰਪਾ ਜਿਹੜੀ ਹੈ ਤੁਹਾਡੇ ਉੱਪਰ ਹੋ ਸਕਦੀ ਹੈ ਮੇਰੇ ਜੀਜੋ। ਅੱਜ ਅਸੀਂ ਪਰਮੇਸ਼ਰ ਦੇ ਵਚਨ ਚੋਂ ਦੇਖਿਆ ਹੈ ਕਿ ਮੇਰੇ ਜੀਜੋ ਕਿ ਪਰਮੇਸ਼ਰ ਦੇ ਵਚਨ 'ਚ ਇਹ ਲਿਖਿਆ, ਮੈਂ ਅਲਫਾ ਤੇ ਓਮੇਗਾ, ਆਦ ਔਰ ਅੰਤ ਹਾਂ। ਹਾਲੇਲੂਇਆ। ਉਹੀ ਪਰਮੇਸ਼ਰ, ਪਹਿਲਾਂ ਵੀ ਉਹੀ ਪਰਮੇਸ਼ਰ, ਪੁਰਾਣੇ ਐਤਨਾਮੇ ਦੇ ਵਿੱਚ ਜਿਹੜਾ ਪਰਮੇਸ਼ਰ ਸੀ ਉਹੀ ਪਰਮੇਸ਼ਰ, ਔਰ ਨਵੇਂ ਐਤਨਾਮੇ ਵਿੱਚ ਪ੍ਰਭੂ ਯਿਸੂ ਮਸੀਹ ਨਾਸਰੀ ਉਹੀ ਪਰਮੇਸ਼ਰ ਆ। ਇੱਕੋ ਹੀ ਪਰਮੇਸ਼ਰ ਆ ਮੇਰੇ ਜੀਜੋ। ਗੋਡ ਇਜ਼ ਵਨ।
ਇੱਕੋ ਹੀ ਪਰਮੇਸ਼ਰ ਹੈ ਮੇਰੇ 'ਚ, ਜੋ ਹੋਰ ਕੋਈ ਪਰਮੇਸ਼ਰ ਹੈ ਨਹੀਂ ਆ। ਯਿਸੂ ਮਸੀਹ ਨਾਸਰੀ ਤੋਂ ਬਿਨਾਂ ਹੋਰ ਕੋਈ ਪਰਮੇਸ਼ਰ ਹੈ ਨਹੀਂ ਆ ਮੇਰੇ 'ਚ। ਖੁਦਾ ਤੁਹਾਨੂੰ ਇਹਨਾਂ ਵਚਨਾਂ ਨਾਲ ਬਹੁਤ ਵੱਡੀ ਬਰਕਤ ਤੇ ਆਸ਼ੀਸ਼ ਦੇਵੇ। ਆਮੀਨ, ਆਮੀਨ, ਆਮੀਨ।